नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਮੁਲਕ 'ਚ ਅੱਜ CNRC ਦਾ ਕਾਨੂੰਨ ਲਾਗੂ ਹੋ ਗਿਆ ਹੈ। CNRC ਨਾਗਰਿਕਤਾ ਦੇਣ ਵਾਲਾ ਕਾਨੂੰਨ ਹੈ ਜਿਹਦੇ ਉਲਟ 2019 ਵਿੱਚ ਮੁਸਲਮਾਨਾਂ ਨੇ ਵੱਡਾ ਅੰਦੋਲਨ ਵੀ ਕੀਤਾ ਸੀ, ਪਰ ਅੱਜ ਹੋਮ ਮਿਨਿਸਟਰੀ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਤੀ ਹੈ। मध्य प्रदेश हाई कोर्ट ने सूबे के धार इलाके च पैण वाले एक मुस्लिम भोजशाला ਨੂੰ ਲੈ ਕੇ ASI सर्वे कराने के ऑर्डर दिते हैं ਤੇ ਉੱਥੇ ਹਿੰਦੂ ਪੱਖ ਨੇ ਦਾਅਵਾ ਕੀਤਾ ਹੈ ਕਿ ਮੁਸਲਿਮ ਭੋਜਸ਼ਾਲਾ ਦੀ ਥਾਂ ਤੇ ਉੱਥੇ ਪਹਿਲਾਂ ਸਰਸਵਤੀ ਮੰਦਿਰ ਸੀ। ਸੁਪਰੀਮ ਕੋਰਟ ਨੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ GN ਸਾਈਬਾਬਾ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀ ਮਹਾਰਾਸ਼ਟਰ ਸਰਕਾਰ ਦੀ ਇੱਕ ਯਾਚਕਾ ਨੂੰ ਖਾਰਜ ਕਰ ਦਿੱਤਾ ਹੈ। राजस्थान की चूरू लोक सभा सीट तो भाजपा के 2 बार के सांसद राहुल कासवा ने आज भाजपा छड्ड के कांग्रेस ज्वाइन कर ली है। राहुल कासवा नूं उत्थे बड़ा जाट पोलिटिशियन मन्निया जाता है। इलैक्टोरल बॉन्ड वाले मामले च अज सुप्रीम कोर्ट ने SBI नूं राहत देण तो मना कर दिता है। सुप्रीम कोर्ट ने SBI नूं कहा है कि वो 15 तारीख तक सारी जानकारी जनतक करे अते कल कोर्ट नूं भी वो सारी जानकारी अवेलेबल करावे। सुप्रीम कोर्ट के बयान तो बाद राहुल गांधी ने बयान दिंदिया कहा है कि मोदी दे चंदे दे धंधे की पोल खुलण वाली है। भाजपा आगू अनंत हेगड़े दे संविधान बदलण वाले बयान तो बाद मल्लिकार्जुन खड़गे ने कहा है कि ये एवं 400 पार का नारा नहीं दे रहे, बल्कि ये संविधान नूं बदलण वास्ते जोर मारनगे ते ये कोई फ्रिंज एलीमेंट नहीं बल्कि भाजपा के वड्डे आगू बोल रहे हैं। लद्दाख नूं पूर्ण राज का दर्जा देण अते कॉन्स्टिट्यूशन की 6वीं अनुसूची च शामिल कराने वास्ते लद्दाखी लोग लगातार उत्थे अंदोलन कर रहे हैं। उत्थों दे एक वड्डे सामाजिक कारकुन सोनम वांगचुक भूख हड़ताल से भी बैठे हुए हैं। बिहार की पॉलिटिक्स च बड़ा दलित चेहरा रहे रामविलास पासवान के मुंडे चिराग पासवान ने कल बयान दे के दावा किया है कि हरेक पार्टी उन्होंने अपने खेमे च करना चाहती है। दसदे है कि उन्होंने NDA नाल अलायंस टुट गया सीगा ਤੇ ਹੁਣ ਉਹਨਾਂ ਦੀ ਗੱਲਬਾਤ ਇੰਡੀਆ ਅਲਾਇੰਸ ਨਾਲ ਵੀ ਚੱਲ ਰਹੀ ਹੈ ਤੇ NDA ਅਲਾਇੰਸ ਨਾਲ ਵੀ ਚੱਲ ਰਹੀ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਜਿਹੜੀ ਕਿ ਸਭ ਤੋਂ ਵੱਡੀ ਖਬਰ ਅੱਜ ਮੰਨੀ ਜਾ ਰਹੀ ਹੈ। ਉਹ ਹੈਗੀ ਆ ਜਿਹੜੀ CA ਕਾਨੂੰਨ ਦੀ ਨੋਟੀਫਿਕੇਸ਼ਨ ਅੱਜ ਹੋਮ ਮਿਨਿਸਟਰੀ ਨੇ ਜਾਰੀ ਕੀਤੀ ਹੈ। ਪਹਿਲਾਂ ਹੋਮ ਮਿਨਿਸਟਰੀ ਨੇ ਦਿਨ 'ਚ ਟਵੀਟ ਕੀਤਾ ਸੀਗਾ ਕਿ ਅੱਜ ਉਹ NRC ਜਿਹੜੀ CA ਕਾਨੂੰਨ ਸੀਗਾ ਜਾਨੀ ਕਿ ਨਾਗਰਿਕਤਾ ਕਾਨੂੰਨ ਉਹਦੀ ਉਹ ਅੱਜ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ। ਦੱਸਦੇ ਕਿ ਜਿਹੜਾ ਇਹ ਕਾਨੂੰਨ ਸੀਗਾ ਇਹ ਇਹਨਾਂ ਨੇ 11 ਦਸੰਬਰ 2019 ਚ ਹੀ ਬਣਾਤਾ ਸੀਗਾ, ਪਰ ਆਪਾਂ ਨੂੰ ਪਤਾ ਕਿ ਪੂਰੇ ਮੁਲਕ ਭਰ ਚ ਮੁਸਲਮਾਨਾਂ ਨੇ ਵੱਡੇ ਪ੍ਰੋਟੈਸਟ ਕੀਤੇ ਸੀਗੇ। ਦਸੰਬਰ 2019 ਹੋਵੇ ਜਾਂ ਫਿਰ ਜਨਵਰੀ 2020 ਫਰਵਰੀ 2020 ਇਹ 3 ਮਹੀਨੇ ਇੱਦਾਂ ਦੇ ਸੀਗੇ ਕਿ ਪੂਰੇ ਮੁਲਕ ਭਰ ਚ ਮੁਸਲਮਾਨ ਬਸਤੀਆਂ ਦੇ ਬਾਹਰ ਅੰਦੋਲਨ ਚੱਲ ਰਹੇ ਸੀਗੇ। ਦਿੱਲੀ ਚ ਵੀ ਸ਼ਾਹੀਨ ਬਾਗ ਨਾਂ ਦੇ ਇੱਕ ਵੱਡੇ ਫਿਨੋਮਨਾ ਦੀ ਵੀ ਆਪਾਂ ਨੂੰ ਪਤਾ ਲੱਗਿਆ ਸੀਗਾ, ਜਿਹਦੇ ਚ ਜਿਹੜਾ ਸ਼ਾਹੀਨ ਬਾਗ ਦਾ ਮੋਰਚਾ ਸੀਗਾ ਉਹ ਲਗਾਤਾਰ 2 ਮਹੀਨੇ तक ਚੱਲਿਆ। ਉੱਥੋਂ ਸਰਜੀਲ ਇਮਾਮ, ਉਮਰ ਖਾਲਿਦ ਵਰਗੇ ਕਈ ਮੁਸਲਮਾਨ ਨੌਜਵਾਨਾਂ ਦੀ ਵੀ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਦਿੱਲੀ 'ਚ ਦੰਗਾ ਵੀ ਹੋਇਆ ਮਾਰਚ ਅਪ੍ਰੈਲ 'ਚ ਜਾ ਕੇ। ਤੇ ਜਿਹੜਾ ਕਰੋਨਾ ਲੋਕਡਾਊਨ ਹੈਗਾ ਉਹ ਲੱਗਣ ਸਾਰ ਹੀ ਜਿਹੜੀ ਭਾਰਤ ਸਰਕਾਰ ਸੀ ਭਾਰਤ ਸਰਕਾਰ ਨੇ ਮੁਸਲਮਾਨਾਂ ਤੇ ਅਟੈਕ ਕਰਤਾ ਸੀਗਾ ਤੇ ਬਹੁਤ ਸਾਰੀ ਗ੍ਰਿਫਤਾਰੀਆਂ ਕੀਤੀਆਂ ਮੁਸਲਮਾਨ ਆਗੂਆਂ ਦੀ ਅਤੇ ਕਈ ਮੁਸਲਮਾਨ ਮੁੰਡੇ ਵੀ ਉੱਤਰ ਪ੍ਰਦੇਸ਼ 'ਚ ਮਾਰੇ ਗਏ। ਉਸ ਟਾਈਮ 7 ਮੁਸਲਮਾਨ ਨੌਜਵਾਨਾਂ ਦੀ ਡੈਥ ਦੀ ਖਬਰ ਆਈ ਸੀ ਉੱਤਰ ਪ੍ਰਦੇਸ਼ ਤੋਂ, ਜਿਹੜੇ ਕਿ ਪੁਲਿਸ ਦੀ ਗੋਲੀ ਨਾਲ ਹੋਈ ਸੀ। ਤੇ ਲਗਾਤਾਰ ਐਡਾ ਵੱਡਾ ਅੰਦੋਲਨ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਭਾਰਤ ਸਰਕਾਰ ਸੀਗੀ ਉਹ ਬੈਕਫੁੱਟ ਤੇ ਸੀਗੀ ਕਿਉਂਕਿ ਨੈਕਸਟ ਉਸ ਤੋਂ ਬਾਅਦ ਹੀ ਕਰੋਨਾ ਦਾ ਲੋਕਡਾਊਨ ਲੱਗਿਆ ਸੀਗਾ, ਕਰੋਨਾ ਬਿਮਾਰੀ ਆ ਗਈ ਸੀਗੀ। ਫਿਰ ਕਿਸਾਨ ਦਿੱਲੀ ਦੇ ਮੋਰਚਿਆਂ ਤੇ ਜਾ ਕੇ ਬਹਿ ਗਏ ਸੀਗੇ ਨਵੰਬਰ 2020 ਚ। ਤਾਂ ਇਸ ਕਰਕੇ ਜਿਹੜੀ ਭਾਰਤ ਸਰਕਾਰ ਸੀ ਉਹ ਲਗਾਤਾਰ 2-3 ਚੁਣੌਤੀਆਂ ਤੋਂ ਜੂਝ ਰਹੀ ਸੀ। ਇੱਕ ਤਾਂ ਮੁਸਲਮਾਨਾਂ ਦਾ ਪ੍ਰੋਟੈਸਟ ਹੋ ਗਿਆ, ਫਿਰ ਕਰੋਨਾ ਆ ਗਿਆ, ਫਿਰ ਕਿਤੇ ਨਾ ਕਿਤੇ ਕਿਸਾਨਾਂ ਦਾ ਪ੍ਰੋਟੈਸਟ ਆ ਗਿਆ। ਤੇ ਉਹ ਜਿਹੜਾ ਅਮਿਤ ਸ਼ਾਹ ਹੋਰੀ ਤੇ ਨਰਿੰਦਰ ਮੋਦੀ ਹੋਰਾਂ ਦੀ ਇਮੇਜ ਸੀਗੀ ਕਿ ਉਹ ਜਿਹੜਾ ਉਹਨਾਂ ਦੀ ਜਿਹੜੀ ਇਮੇਜ ਸੀਗੀ ਕਿ ਅਸੀਂ ਮੁਸਲਮਾਨਾਂ ਨੂੰ ਜ਼ਮੀਨ ਨਹੀਂ ਜਰਾਂਗੇ ਤੇ ਮੁਸਲਮਾਨਾਂ ਦੇ ਉਲਟ ਸਾਰਾ ਕੁਝ ਸਾਰੀ ਚੀਜ਼ਾਂ ਪੁਸ਼ ਕਰਾਂਗੇ, ਉਹ ਕਿਤੇ ਨਾ ਕਿਤੇ ਉਹਨੂੰ ਸੱਟ ਵੱਜੀ ਸੀ। ਤੇ ਕਰੋਨਾ ਲੋਕਡਾਊਨ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਵੀ 1.5 ਸਾਲ ਤੱਕ ਉਹ ਕੋਈ ਹਿਲਜੁਲ ਨਹੀਂ ਕਰ ਸਕੇ ਸੀਗੇ ਤੇ ਮੁਸਲਮਾਨਾਂ ਦੇ ਉਲਟ ਕੋਈ ਵੱਡੇ ਫੈਸਲੇ ਨਹੀਂ ਲੈ ਸਕੇ ਸੀਗੇ। ਪਰ ਹੁਣ ਜਿਹੜੀ ਡਸ ਹੈਗੀ ਆ ਉਹ ਕਿਤੇ ਨਾ ਕਿਤੇ ਸੈਟਲ ਹੋ ਗਈ ਹੈ ਤੇ ਅਗਲਿਆਂ ਨੇ ਰਾਮ ਮੰਦਿਰ ਵੀ ਬਣਾ ਲਿਆ ਤੇ ਹੁਣ ਉਹ ਲੋਕ ਸਭਾ ਚੋਣਾਂ 'ਚ ਵੀ ਜਾਣਗੇ ਹੁਣ 2 ਮਹੀਨੇ ਤੋਂ ਬਾਅਦ। ਤਾਂ ਫਿਰ ਇਸ ਕਰਕੇ ਉਹ ਚਾਹ ਰਹੇ ਨੇ ਕਿ ਅਸੀਂ ਜਿਹੜਾ ਸਾਡਾ ਮੁਸਲਿਮ ਹੇਟਰਡ ਵਾਲਾ ਪੂਰਾ ਫੁੱਲਫਿਲ ਏਜੰਡਾ ਹੈਗਾ ਉਹਨੂੰ ਫੁੱਲਫਿਲ ਕਰੀਏ, ਉਹਨੂੰ ਇੱਕਦਮ ਸਿਰੇ ਚੜਾਈਏ ਤਾਂ ਕਿ ਸਾਨੂੰ ਬਹੁਮਤ ਮਿਲ ਸਕੇ। ਤੇ
ਤੁਸੀਂ ਦੇਖੋ ਕਿ ਰਾਮ ਮੰਦਿਰ ਬਣਿਆ, ਉਸ ਤੋਂ ਬਾਅਦ ਹਿੰਦੀ ਬੈਲਟ ਚੋਂ ਜਿਹੜੀ ਰਿਐਕਸ਼ਨ ਸੀ ਮੁਸਲਮਾਨਾਂ ਦੇ ਉਲਟ ਉਹ ਵੀ ਖਾਸੀਆਂ ਆਈਆਂ ਤੇ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਮੁਸਲਮਾਨਾਂ ਨੂੰ ਸੈਕਿੰਡ ਗ੍ਰੇਡ ਸਿਟੀਜ਼ਨ ਬਣਾਉਣ ਦੀ, ਤੇ ਉਹਦੇ 'ਚ ਹੀ ਕਿਤੇ ਨਾ ਕਿਤੇ ਇਹ CNRC ਜਿਹੜਾ ਕਾਨੂੰਨ ਹੈ, CA ਦਾ ਜਿਹੜਾ ਕਾਨੂੰਨ ਹੈ, ਉਹ ਵੀ ਉਸ 'ਚ ਇੱਕ ਕਦਮ ਹੈਗਾ। ਇਹ ਮੈਂ ਬੇਸਿਕਲੀ ਦੱਸ ਦਿੰਦਾ ਕਿ ਇਹਦੇ 'ਚ ਇਹਨਾਂ ਨੇ ਕੀਤਾ ਕੀ, ਇਹਦੇ 'ਚ ਇਹਨਾਂ ਨੇ ਕੀਤਾ ਇਹ ਕਿਹਾ ਹੈ ਕਿ ਜਿਹੜੇ ਵੀ ਸਾਡੇ ਪੜੋਸੀ ਮੁਲਕ ਹੈਗੇ ਆ ਉਹਨਾਂ ਤੋਂ ਕੋਈ ਵੀ ਜੇ ਬੰਦੇ ਇੱਥੇ ਆਣਗੇ, ਅਸੀਂ ਮੁਸਲਮਾਨਾਂ ਨੂੰ ਛੱਡ ਕੇ ਸਾਰਿਆਂ ਨੂੰ ਹੀ ਨਾਗਰਿਕਤਾ ਦੇ ਦਾਂਗੇ, ਸਿਰਫ ਮੁਸਲਮਾਨਾਂ ਨੂੰ ਅਸੀਂ ਨਾਗਰਿਕਤਾ ਨਹੀਂ ਦੇਵਾਂਗੇ। ਪਾਕਿਸਤਾਨ ਮੁਲਕ ਹੋਵੇ, ਅਫਗਾਨਿਸਤਾਨ ਮੁਲਕ ਹੋਵੇ, ਬੰਗਲਾਦੇਸ਼ ਹੋਵੇ, ਇੱਥੋਂ ਜੇ ਕੋਈ ਵੀ ਇੰਡੀਆ 'ਚ ਆਊਗਾ ਉਹ ਭਾਵੇਂ ਹਿੰਦੂ ਹੋਵੇ, ਜੈਨ ਹੋਵੇ, ਅਸੀਂ ਉਹਨਾਂ ਨੂੰ ਦੇ ਦਾਂਗੇ, ਸਿੱਖ ਹੋਵੇ, ਅਸੀਂ ਉਹਨਾਂ ਨੂੰ ਨਾਗਰਿਕਤਾ ਦੇ ਦਾਂਗੇ, ਲੇਕਿਨ ਅਸੀਂ ਮੁਸਲਮਾਨਾਂ ਨੂੰ ਕੋਈ ਨਾਗਰਿਕਤਾ ਨਹੀਂ ਦੇਵਾਂਗੇ। ਤੇ ਇਸ ਕਰਕੇ ਕਿਤੇ ਨਾ ਕਿਤੇ ਮੁਲਕ ਭਰ 'ਚ ਵਿਰੋਧ ਵੀ ਹੋਇਆ ਸੀਗਾ ਕਿ ਤੁਸੀਂ ਇਹ ਕਿਤੇ ਨਾ ਕਿਤੇ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 14 ਦਾ ਵੀ ਉਲੰਘਣ ਸੀਗਾ ਕਿ ਤੁਸੀਂ ਜਿਹੜਾ ਸਮਾਨ ਨਾਗਰਿਕਤਾ ਦਾ ਅਧਿਕਾਰ ਹੈਗਾ ਵਿਦਆਊਟ ਐਨੀ ਰਿਲੀਜੀਅਸ ਲਾਈਨਸ ਤੁਸੀਂ ਮਤਲਬ ਇਹ ਖੜਾ ਕਰ ਰਹੇ ਹੋ, ਰੀਜਨ ਦੇ ਬੇਸ ਤੇ ਇਹਨੂੰ ਖੜਾ ਕਰ ਰਹੇ ਹੋ, ਕਿਤੇ ਨਾ ਕਿਤੇ ਇੰਡੀਅਨ ਕਨਸਟੀਟਿਊਸ਼ਨ ਦੀ ਵੈਲਿਊਜ਼ ਦੇ ਉਲਟ ਹੈਗਾ, ਕਿਉਂਕਿ ਜਿਹੜਾ ਇੰਡੀਆ ਹੈਗਾ ਉਹ ਸੈਕੂਲਰ ਮੁਲਕ ਹੈ ਤੇ ਤੁਸੀਂ ਇੱਕ ਵੱਡੀ ਘੱਟ ਗਿਣਤੀ ਦੇ ਲੋਕਾਂ ਨੂੰ ਉਹ ਨਾਗਰਿਕਤਾ ਵਾਲੇ ਖਾਨੇ ਤੋਂ ਹੀ ਬਾਹਰ ਰੱਖ ਰਹੇ ਹੋ। ਤੇ ਇੱਕ ਲਗਾਤਾਰ ਸਵਾਲ ਇਹ ਵੀ ਸੀਗਾ ਕਿ ਜਿਹੜੇ ਕਿ ਬਾਰਡਰ ਲੱਗਦੇ ਸੂਬੇ ਹੈਗੇ ਆ, ਜਿਵੇਂ ਅਸਮ ਹੋ ਗਿਆ ਤੇ ਬੰਗਾਲ ਹੋ ਗਏ, ਉੱਥੇ ਬਹੁਤ ਸਾਰੇ ਜਿਹੜੇ ਮੁਸਲਮਾਨ ਹੈਗੇ ਭਾਵੇਂ ਉਹ ਉੱਥੋਂ ਦੇ ਹੀ ਵਸਨੀਕ ਹੋਣ ਓਰੀਜਨਲੀ, ਪਰ ਉਹਨਾਂ ਕੋਲ ਤਾਂ ਜਿਹੜੇ ਪੁਰਾਣੇ ਗਰੀਬ ਮੁਸਲਮਾਨ ਹੈਗੇ ਉਹਨਾਂ ਕੋਲ ਤਾਂ ਕਾਗਜ਼ ਤਾਂ ਹੈ ਨਹੀਂ। ਤਾਂ ਫਿਰ ਜਿਹੜਾ BJP ਦਾ ਨਾਰਾ ਸੀਗਾ ਕਿ ਇੰਡੀਆ 'ਚ ਤਾਂ ਉਹ ਹੀ ਰਹੂਗਾ ਜਿਹੜਾ ਕਿ ਸਾਨੂੰ ਕਾਗਜ਼ ਦਿਖਾਊਗਾ, ਤੇ ਜੇ ਉਹਨਾਂ ਕੋਲ ਇੱਥੋਂ ਦੇ ਵਸਨੀਕ ਹੋਣ ਦੇ ਪ੍ਰੂਵ ਕਰਨ ਵਾਲੇ ਸਾਰੇ ਕਾਗਜ਼ ਨਾ ਹੋਏ ਤਾਂ ਫਿਰ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ 'ਚ ਵੀ ਪਾਇਆ ਜਾਊਗਾ ਤੇ ਉਹਨਾਂ ਨੂੰ ਨਾਗਰਿਕਤਾ ਦੇਣ ਦੀ ਤਾਂ ਦੂਰ ਦੀ ਗੱਲ ਹੈ। ਜੇ ਤੁਸੀਂ ਹਿੰਦੂ ਹੋ ਜਾਂ ਫਿਰ ਜੈਨ ਹੋ, ਬੌਧ ਹੋ, ਜੇ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈ ਫਿਰ ਤੁਹਾਨੂੰ ਜੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਨਾਗਰਿਕਤਾ ਅਗਲੇ ਦੇ ਦੇਣਗੇ, ਪਰ ਜੇ ਤੁਸੀਂ ਮੁਸਲਮਾਨ ਹੋ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈ ਫਿਰ ਤੁਸੀਂ ਮਤਲਬ ਕਿਤੇ ਨਾ ਕਿਤੇ ਜਿਹੜੇ ਤੁਹਾਡੀ ਨਾਗਰਿਕਤਾ ਦਾ ਅਧਿਕਾਰ ਹੈਗਾ ਉਹ ਤੋਂ ਤੁਹਾਨੂੰ ਵੰਚਿਤ ਕਰ ਦਿੱਤਾ ਜਾਊਗਾ। ਇਸ ਕਰਕੇ ਹੀ ਮੁਲਕ ਭਰ 'ਚ ਇਹਦੇ ਖਿਲਾਫ ਸੀ, ਇਹ ਕਾਨੂੰਨ ਖਿਲਾਫ 2019 ਤੇ 20 'ਚ ਵੱਡੇ ਪ੍ਰੋਟੈਸਟ ਹੋਏ ਸੀਗੇ। ਹਾਲਾਂਕਿ CNRC ਵੇਲੇ ਜਿਹੜੇ ਮੁੰਡੇ ਮੁਸਲਮਾਨਾਂ ਦੇ ਐਕਟਿਵ ਸੀਗੇ ਉਹ ਅੱਜ ਵੀ ਜੇਲ੍ਹਾਂ 'ਚ ਨੇ ਤੇ ਸਿਰਫ 1-2 ਬੰਦਿਆਂ ਦੀ ਹੀ ਜ਼ਮਾਨਤ ਹੋਈ ਹੈ, ਬਾਕੀ ਸਾਰੇ UAPA ਦੇ ਕੇਸਾਂ 'ਚ ਅੰਦਰ ਠੱਲ ਰੱਖੇ ਨੇ, ਚਾਹੇ ਉਮਰ ਖਾਲਿਦ ਹੋਵੇ, ਸਰਜੀਲ ਇਮਾਮ ਹੋਵੇ, ਇਹ ਵੱਡੇ ਨਾਂ ਹੈਗੇ ਆ ਮੁਸਲਮਾਨ ਨੌਜਵਾਨਾਂ ਦੇ ਜਿਹੜੇ ਕਿ ਜੇਲ੍ਹਾਂ 'ਚ ਹੈਗੇ ਆ। ਤੇ ਇਹਨਾਂ ਨੂੰ ਵੀ ਪੋਲੀਟੀਕਲ ਪ੍ਰਿਜ਼ਨਰ ਮੰਨ ਕੇ ਲਗਾਤਾਰ ਡਿਮਾਂਡ ਹੁੰਦੀ ਹੈ ਕਿ ਇਹਨਾਂ ਨੂੰ ਵੀ ਜੇਲ੍ਹਾਂ ਤੋਂ ਛੱਡਿਆ ਜਾਏ। ਜਿਵੇਂ ਆਪਣੇ ਸਿੱਖ ਪੋਲੀਟੀਕਲ ਪ੍ਰਿਜ਼ਨਰਾਂ ਦਾ ਮੁੱਦਾ ਹੈ, ਐਵੇਂ ਮੁਸਲਮਾਨ ਪੋਲੀਟੀਕਲ ਪ੍ਰਿਜ਼ਨਰਾਂ ਦਾ ਵੀ ਮੁੱਦਾ ਬਣਦਾ ਹੈਗਾ ਕਿ ਜਿਹੜੇ ਮੁਸਲਮਾਨਾਂ ਨੂੰ ਤੁਸੀਂ ਆਤੰਕਵਾਦੀ ਬਣਾ ਕੇ ਜੇਲ੍ਹਾਂ 'ਚ ਬੰਦ ਕਰ ਰੱਖਿਆ ਜਦਕਿ ਉਹ ਪੋਲੀਟੀਕਲ ਐਕਟਿਵਿਸਟ ਸੀਗੇ, ਉਹਨਾਂ ਨੂੰ ਛੱਡਿਆ ਜਾਵੇ। ਹਾਲਾਂਕਿ ਇਸ ਪੂਰੇ ਮਾਮਲੇ 'ਚ ਕੋਈ ਹਿਲਜੁਲ ਆਪਾਂ ਨੂੰ ਦਿਖਦੀ ਨਹੀਂ ਹੈ। ਉਮਰ ਖਾਲਿਦ ਦੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਟੀਸ਼ਨ ਜਿਹੜੀ ਉਹ ਸੀਗੀ ਜ਼ਮਾਨਤ ਅਰਜੀ ਸੀਗੀ ਉਹ ਸੁਪਰੀਮ ਕੋਰਟ ਗਈ ਸੀ, ਪਰ ਉੱਥੇ ਜਿਹੜੇ ਜੱਜ ਨੇ ਉਹ ਅਰਜੀ ਐਕਸੈਪਟ ਕੀਤੀ ਉਹਨਾਂ ਦਾ ਨਾਂ ਸੀਗਾ ਬੇਲਾ ਤ੍ਰਿਵੇਦੀ। ਤੇ ਬੇਲਾ ਤ੍ਰਿਵੇਦੀ ਬਾਰੇ ਬਹੁਤ ਆਮ ਹੀ ਹੈ ਕਿ ਉਹ ਜਮਾ ਖੁੱਲ੍ਹ ਕੇ BJP RSS ਵਾਸਤੇ ਬੈਟਿੰਗ ਕਰ ਰਹੇ ਨੇ, ਤੇ ਤਾਂ ਕਰਕੇ ਉਹਨਾਂ ਦੇ ਜਿਹੜੇ ਉਮਰ ਖਾਲਿਦ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਉਹ ਆਪਣੀ ਜ਼ਮਾਨਤ ਅਰਜੀ ਬਿਨਾਂ ਹੀ ਸੁਣਵਾਈ ਤੋਂ ਵਿਡਰੋ ਕਰ ਲਈ, ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਕਿ ਜੇ ਉਹ ਸੁਣਵਾਈ ਹੁੰਦੀ ਤਾਂ ਉਹਦਾ ਫੈਸਲਾ ਕੀ ਹੋਣਾ ਸੀਗਾ, ਉਹਦਾ ਫੈਸਲਾ ਕਿਤੇ ਨਾ ਕਿਤੇ ਉਮਰ ਖਾਲਿਦ ਹੋਰਾਂ ਦੇ ਉਲਟੀ ਹੋਣਾ ਸੀਗਾ। ਇਸ ਕਰਕੇ ਉਹ ਪਟੀਸ਼ਨ ਵਿਡਰੋ ਕਰ ਲਈ ਗਈ ਤੇ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਹੋਰ ਦੂਜੇ ਕਿਸੇ ਕੋਰਟ 'ਚ ਚਲੇ ਜਾਵਾਂਗੇ, ਅਸੀਂ ਥੱਲੇ ਹਾਈ ਕੋਰਟ ਜਾਂ ਫਿਰ ਲੋਅਰ ਕੋਰਟ 'ਚ ਸੈਸ਼ਨ ਕੋਰਟ 'ਚ ਚਲੇ ਜਾਵਾਂਗੇ, ਉੱਥੋਂ ਅਸੀਂ ਜ਼ਮਾਨਤ ਲੈ ਲਾਂਗੇ, ਇੱਥੇ ਸਾਨੂੰ ਮਿਲਣਾ ਨਹੀਂ, ਬੇਲਾ ਤ੍ਰਿਵੇਦੀ ਵਰਗੇ ਜੱਜਾਂ ਤੋਂ ਸਾਨੂੰ ਨਿਆਂ ਮਿਲਣਾ ਨਹੀਂ। ਤੇ ਉਹਨਾਂ ਨੇ ਉਹ ਅਰਜੀ ਪਟੀਸ਼ਨ ਆਪਣੀ ਵਾਪਸ ਲੈ ਲਈ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ CA ਕਾਨੂੰਨ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਤੇ ਇਹਨੂੰ ਨਾਗਰਿਕਤਾ ਕਾਨੂੰਨ ਹਿੰਦੀ 'ਚ ਕਿਹਾ ਜਾਂਦਾ ਹੈ। ਤੇ ਇਹਦੇ ਕੀ ਮਾਇਨੇ ਨੇ, ਤੇ ਇਹਦੇ ਮਾਇਨੇ ਇਹ ਨੇ ਕਿ ਇਹ ਕਿਤੇ ਨਾ ਕਿਤੇ ਮੁਸਲਮਾਨਾਂ ਨੂੰ ਇੰਡੀਅਨ ਸਬ ਕੰਟੀਨੈਂਟ 'ਚ ਆਈਸੋਲੇਟ ਕਰਨ ਵਾਸਤੇ ਲੈ ਕੇ ਆਇਆ ਗਿਆ, ਤੇ ਜਿਹੜੇ ਵੀ ਗਰੀਬ ਮੁਸਲਮਾਨਾਂ ਕੋਲ ਕਾਗਜ਼ ਨਹੀਂ ਹੈਗਾ ਉਹਨਾਂ ਨੂੰ ਡਰਾ ਕੇ ਰੱਖਣ ਵਾਸਤੇ। ਫਿਰ ਇਹਨਾਂ ਨੇ ਅਸਮ 'ਚ ਡਿਟੈਂਸ਼ਨ ਸੈਂਟਰ ਬਣਾਏ ਸੀ, ਆਪਾਂ ਨੂੰ ਪਤਾ ਕਿ ਉੱਥੇ ਬਹੁਤ ਸਾਰੇ ਬੰਦਿਆਂ ਨੂੰ ਡਿਟੇਨ ਵੀ ਕਰਕੇ ਰੱਖਿਆ। ਡਿਟੈਂਸ਼ਨ ਸੈਂਟਰ ਬੇਸਿਕਲੀ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਮੁਸਲਮਾਨ ਇੱਥੇ ਇੰਡੀਆ 'ਚ ਹੈਗੇ ਜਿਨ੍ਹਾਂ ਕੋਲ ਪੇਪਰ ਨਹੀਂ ਹੈ, ਇਹ ਬਾਹਰ ਤੋਂ ਆਏ ਹੋਏ ਲੋਕ ਨੇ, ਤੇ ਇਹਨਾਂ ਨੂੰ ਹਮਲਾਵਰ ਬਣਾ ਕੇ, ਇਹਨਾਂ ਨੂੰ ਦੇਸ਼ ਵਾਸਤੇ ਖਤਰਾ ਬਣਾ ਕੇ ਇਹਨਾਂ ਨੂੰ ਡਿਟੈਂਸ਼ਨ ਸੈਂਟਰਾਂ 'ਚ ਬੰਦ ਕਰਨ ਦੀ ਇੱਕ ਪੂਰੀ ਸਾਜ਼ਿਸ਼ ਵਰਗਾ ਹੈਗਾ। ਤੇ ਉਹਨਾਂ ਡਿਟੈਂਸ਼ਨ ਸੈਂਟਰਾਂ ਦੀ ਬਹੁਤ ਮਾੜੀ ਹਾਲਤ ਹੈਗੀ ਆ। ਜਰਮਨੀ 'ਚ ਆਪਾਂ ਨੂੰ ਪਤਾ ਕਿ ਪਿਛਲੀ ਸਦੀ 'ਚ 20ਵੀਂ ਸਦੀ ਸੀਗੀ, ਉਦੋਂ ਹਿਟਲਰ
ਹਿਟਲਰ ਨੇ ਵੀ ਡਿਟੈਂਸ਼ਨ ਸੈਂਟਰ ਬਣਾਏ ਸੀ ਯਹੂਦੀਆਂ ਵਾਸਤੇ। ਐਂ ਹੀ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ 'ਚ ਆਪਾਂ ਨੂੰ ਲੱਗ ਰਿਹਾ ਕਿ ਮੁਸਲਮਾਨਾਂ ਜਿਹੜੇ ਗਰੀਬ ਮੁਸਲਮਾਨਾਂ ਕੋਲ ਕਾਗਜ਼ ਨਹੀਂ ਹੈਗੇ ਉਹਨਾਂ ਵਾਸਤੇ ਡਿਟੈਂਸ਼ਨ ਸੈਂਟਰ ਇਸੇ ਕਿਸਮ ਦਾ ਕੰਮ ਕਰਨਗੇ ਜਿਵੇਂ ਜਰਮਨੀ 'ਚ ਯਹੂਦੀਆਂ ਵਾਸਤੇ ਜਿਹੜੇ ਹਿਟਲਰ ਨੇ ਬਣਾਏ ਸੀ ਉਹਨਾਂ ਨੇ ਕੰਮ ਕੀਤਾ ਸੀਗਾ। ਤੇ ਇਹ ਕਿਤੇ ਨਾ ਕਿਤੇ ਜਿਹੜੀ ਇੱਕ ਹਿੰਦੂ ਮੈਜੋਰਿਟੀ ਹੈਗੀ ਆ ਜਿਹੜੇ ਕਿ ਮੁਸਲਮਾਨਾਂ ਦੇ ਖਾਸੀ ਉਲਟ ਹੈ, ਜਿਨ੍ਹਾਂ ਦੇ ਮਨ 'ਚ ਜ਼ਹਿਰ ਹੈ ਮਾਈਨੋਰਟੀਜ਼ ਪ੍ਰਤੀ, ਘੱਟ ਗਿਣਤੀਆਂ ਪ੍ਰਤੀ, ਉਹਨਾਂ ਦੀ ਵੋਟ ਨੂੰ ਹਾਸਿਲ ਕਰਨ ਦਾ ਕਿਤੇ ਨਾ ਕਿਤੇ ਇੱਕ ਏਜੰਡਾ ਲੱਗਦਾ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਖਬਰ ਦੀ। ਉਹ ਮੱਧ ਪ੍ਰਦੇਸ਼ ਤੋਂ ਆਈ। ਮੱਧ ਪ੍ਰਦੇਸ਼ 'ਚ ਇੱਕ ਇਲਾਕਾ ਪੈਂਦਾ ਦਾਰ ਇਲਾਕਾ। ਉੱਥੇ ਇੱਕ ਮੁਸਲਿਮ ਭੋਜਸ਼ਾਲਾ ਸੀਗੀ ਜਿੱਥੇ ਮੁਸਲਮਾਨ ਜੁਮੇ ਦੀ ਨਮਾਜ਼ ਆਪਣੀ ਅਦਾ ਕਰਦੇ ਸੀਗੇ ਤੇ ਕਿਸੇ ਟਾਈਮ ਉੱਥੇ ਮਾੜਾ ਮੋਟਾ ਆਪਣਾ ਜਿਹੜਾ ਫੰਕਸ਼ਨ ਸੀਗਾ ਉਹ ਵੀ ਆਰਗੇਨਾਈਜ਼ ਕਰਦੇ ਸੀਗੇ। ਪਰ ਉੱਥੇ ਇੱਕ ਲੋਕਲ ਵਕੀਲ, ਉਹਨਾਂ ਦਾ ਨਾਮ ਸ਼ਾਇਦ ਪ੍ਰਵੀਨ ਜੈਨ ਹੈ, ਤੇ ਉਹ ਕੋਰਟ 'ਚ ਗਏ, ਮੱਧ ਪ੍ਰਦੇਸ਼ ਹਾਈ ਕੋਰਟ 'ਚ ਗਏ ਤੇ ਉਹਨਾਂ ਨੇ ਕਿਹਾ ਕਿ ਇੱਥੇ ਪਹਿਲਾਂ ਸਰਸਵਤੀ ਦਾ ਮੰਦਿਰ ਸੀਗਾ ਤੇ ਇਹਦੀ ASI ਤੋਂ ਇਹਦਾ ਸਰਵੇ ਕਰਵਾਇਆ ਜਾਵੇ ਤੇ ਫਿਰ ਹਿੰਦੂਆਂ ਨੂੰ ਦਿਆ ਜਾਵੇ ਤੇ ਇੱਥੇ ਪੂਜਾ ਪਾਠ ਕਰਨ ਦੀ ਸਾਨੂੰ ਅਨੁਮਤੀ ਦਿੱਤੀ ਜਾਵੇ। ਤੇ ਉਹ ਜਿਹੜੀ ਇੰਦੌਰ ਪੀਠ ਸੀਗੀ ਮੱਧ ਪ੍ਰਦੇਸ਼ ਹਾਈ ਕੋਰਟ ਦੀ, ਉਹਨੇ ਕਹਿਤਾ ਹਾਂ ਠੀਕ ਅਸੀਂ ASI ਸਰਵੇ ਕਰਾਵਾਂਗੇ। ਇਸੇ ਕਿਸਮ ਦਾ ਕੰਮ ਆਪਾਂ ਨੇ ਵਾਰਾਣਸੀ 'ਚ ਦੇਖਣ ਨੂੰ ਮਿਲਿਆ ਸੀਗਾ ਜਦੋਂ ਗਿਆਨਵਾਪੀ ਮਸਜਿਦ ਦੇ ਤਹਿਖਾਨੇ 'ਚ ਪੂਜਾ ਕਰਨ ਦੀ ਜਿਹੜੀ ਇੱਕ ਅਨੁਮਤੀ ਹਿੰਦੂਆਂ ਨੂੰ ਮਿਲੀ ਸੀ ਉੱਥੋਂ ਦੀ ਲੋਕਲ ਕੋਰਟ ਨੂੰ, ਤੇ ਇਲਾਹਾਬਾਦ ਹਾਈ ਕੋਰਟ ਨੇ ਉਸ ਫੈਸਲੇ ਨੂੰ ਬੈਕ ਕੀਤਾ ਸੀਗਾ। ਤੇ ਹੁਣ ਕਿਤੇ ਨਾ ਕਿਤੇ ਇਹੀ ਡਰ ਆਪਾਂ ਨੂੰ ਇੱਥੇ ਵੀ ਸਤਾ ਰਿਹਾ ਕਿ ਜਿਹੜੀ ਮੁਸਲਮਾਨਾਂ ਦੀ ਭੋਜਸ਼ਾਲਾ ਹੈ ਉਹ ਉੱਥੇ ਵੀ ਉਹ ਕਿਤੇ ਨਾ ਕਿਤੇ ਪੂਜਾ ਪਾਠ ਦਾ ਉਹਨਾਂ ਨੂੰ ਮਿਲ ਜਾਣਾ ਕੋਰਟ ਤੋਂ। ਕੋਰਟਾਂ ਦੀ ਇੰਡੀਆ 'ਚ ਹਾਲਤ ਖਾਸੀ ਮਾੜੀ ਹੈ। ਤੇ ਆਪਾਂ ਨੂੰ ਪਤਾ ਕਿ ਜਿਹੜਾ ਪੱਛਮੀ ਬੰਗਾਲ ਵੀ ਪਿਛਲੇ ਦਿਨੀ ਜੋ ਹੋਇਆ, ਉੱਥੇ ਜਿਹੜੇ ਅਭਿਜੀਤ ਗਾਂਗੁਲੀ ਸੀਗੇ ਉੱਥੋਂ ਦੇ ਜਿਹੜੇ ਚੀਫ ਜਸਟਿਸ ਸੀਗੇ ਕੋਲਕਾਤਾ ਹਾਈ ਕੋਰਟ ਦੇ, ਉਹਨਾਂ ਨੇ ਆਪਣੀ ਸਿਟਿੰਗ ਚੇਅਰ 'ਤੇ ਬੈਠੇ ਸੀਗੇ, ਆਪਣੀ ਚਲਦੀ ਨੌਕਰੀ ਨੂੰ ਛੱਡ ਕੇ, ਆਪਣਾ ਜੱਜ ਵਾਲੀ ਕੁਰਸੀ ਨੂੰ ਛੱਡ ਕੇ BJP ਜੁਆਇਨ ਕਰ ਲਈ। ਤੇ ਉਹਨਾਂ ਦੀ ਇੱਕ ਫੋਟੋ ਵੀ ਅੱਜ ਕੱਲ੍ਹ ਬਹੁਤ ਵਾਇਰਲ ਹੁੰਦੀ ਹੈ ਜਿੱਥੇ ਉਹ ਐਂ ਜਿਵੇਂ ਨਰਿੰਦਰ ਮੋਦੀ ਦਾ ਹੱਥ ਫੜ ਕੇ ਐਂ ਨਤਮਸਤਕ ਨੇ। ਤੇ ਕਿਤੇ ਨਾ ਕਿਤੇ ਇਹ ਦਿਖਾ ਰਿਹਾ ਕਿ ਜੁਡੀਸ਼ਰੀ ਦੇ ਖਾਸੇ ਮਾੜੇ ਹਾਲ ਨੇ ਤੇ ਉਹ BJP ਦੇ ਪੱਖ 'ਚ ਹੀ ਭੁਗਤ ਰਹੇ ਨੇ। ਤੇ ਇਸੇ ਕਰਕੇ ਇਹ ਵੀ ਲੱਗ ਰਿਹਾ ਕਿ ਮੱਧ ਪ੍ਰਦੇਸ਼ 'ਚ ਹਿੰਦੂਆਂ ਦੀ ਵੋਟਾਂ ਨੂੰ ਖਿੱਚਣ ਵਾਸਤੇ ਇਹਨੂੰ ਮੁੱਦਾ ਬਣਾ ਕੇ ਧਾਰ ਵਾਲੀ ਜਿਹੜੀ ਇਹ ਭੋਜਸ਼ਾਲਾ ਹੈਗੀ ਮੁਸਲਿਮ ਭੋਜਸ਼ਾਲਾ, ਤੇ ਇੱਥੇ ਉਹ ਹਿੰਦੂਆਂ ਨੂੰ ਪਰਮਿਸ਼ਨ ਦੇ ਦੇਣਗੇ। ਇਹ ਇੱਕ ਨੈਕਸਟ ਅਟੈਂਪਟ ਹੈ ਮੁਸਲਮਾਨਾਂ ਦੀ ਥਾਵਾਂ 'ਤੇ ਕਬਜ਼ਾ ਕਰਨ ਦਾ। ਤੇ ਇਹਨਾਂ ਦੇ ਆਪਾਂ ਨੂੰ ਪਤਾ ਕਿ 80 'ਚ ਆਪਾਂ ਨੂੰ ਇੱਕ ਨਾਰਾ ਬਹੁਤ ਸੁਣਨ ਨੂੰ ਮਿਲਦਾ ਸੀਗਾ ਕਿ ਅਯੋਧਿਆ ਇੱਕ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਕਾਸ਼ੀ 'ਚ ਯਾਨੀ ਕਿ ਵਾਰਾਣਸੀ 'ਚ ਇਹਨਾਂ ਨੇ ਉਹ ਕਰ ਲਿਆ ਗਿਆਨਵਾਪੀ, ਤੇ ਉੱਥੇ ਪੂਜਾ ਅਰਚਨਾ ਸ਼ੁਰੂ ਹੋ ਗਈ ਹੈ। ਜਿਹੜਾ ਕ੍ਰਿਸ਼ਨ ਜਨਮ ਭੂਮੀ ਵਾਲਾ ਹੈ ਮਥੁਰਾ ਵਾਲਾ, ਉਹ ਵੀ ਇਹਨਾਂ ਨੇ ਪੂਰਾ ਮਾਮਲਾ ਚਲਾ ਰੱਖਿਆ। ਉੱਥੋਂ ਦੇ ਜਿਹੜੇ ਬਾਬੇ ਵਗੈਰਾ ਹੈਗੇ ਆ ਉਹ ਲਗਾਤਾਰ ਲੋਕਾਂ ਨੂੰ ਮੋਬਿਲਾਈਜ਼ ਕਰ ਰਹੇ ਨੇ ਤੇ ਉੱਥੇ ਜਿਹੜੀ ਮਥੁਰਾ 'ਚ ਜਿਹੜੀ ਮਸਜਿਦ ਹੈਗੀ ਆ ਉਹਦੇ ਉਲਟ ਪੂਰਾ ਮਾਹੌਲ ਬਣਾ ਰਹੇ ਨੇ। ਤੇ ਹੁਣ ਆਪਾਂ ਨੂੰ ਇਹ ਮੱਧ ਪ੍ਰਦੇਸ਼ 'ਚ ਵੀ ਦੇਖਣ ਨੂੰ ਮਿਲ ਗਿਆ ਜਿੱਥੇ ਉਹ ਕਹਿ ਰਹੇ ਨੇ ਕਿ ਇੱਥੇ ਤਾਂ ਸਾਡਾ ਸਰਸਵਤੀ ਦਾ ਮੰਦਿਰ ਸੀਗਾ। ਤੇ ਐਵੇਂ ਹੀ ਜਿਹੜੀ ਹਿਸਟੋਰੀਕਲ ਪਲੇਸਿਸ ਹੈਗੇ ਆ ਮੁਸਲਮਾਨਾਂ ਦੇ, ਉੱਥੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਅੜੰਗਾ ਪਾ ਕੇ ਕਿ ਇੱਥੇ ਤਾਂ ਪਹਿਲਾਂ ਮੰਦਿਰ ਸੀਗਾ, ਪਹਿਲਾਂ ਤਾਂ ਇੱਥੇ ਸਾਡਾ ਇਹ ਸੀਗਾ ਉਹ ਸੀਗਾ, ਇਹਨਾਂ ਨੇ ਸਾਰੇ ਥਾਵਾਂ 'ਤੇ ਕਬਜ਼ਾ ਕਰ ਲੈਣਾ ਤੇ ਉੱਥੇ ਉਹਨਾਂ ਨੂੰ ਤੋੜ ਕੇ ਆਪਣੇ ਹਿਸਾਬ ਨਾਲ ਇਹਨਾਂ ਨੇ ਚੀਜ਼ਾਂ ਬਣਾਉਣੀਆਂ ਨੇ। ਤੇ ਕਿਤੇ ਨਾ ਕਿਤੇ ਇਹ ਇੱਕ ਇਨਜਸਟਿਸ ਹੈਗਾ ਜਿਹੜੇ ਇੰਡੀਅਨ ਸਬ ਕੰਟੀਨੈਂਟ 'ਚ ਜਿਹੜੀ ਮੁਸਲਿਮ ਮਾਈਨੋਰਿਟੀ ਹੈ ਉਹਦੇ ਖਿਲਾਫ ਇਹ ਇੱਕ ਹਿਸਾਬ ਨਾਲ ਇਹ ਅਨਿਆਏ ਹੈ, ਇਨਜਸਟਿਸ ਹੈ। ਤੇ ਇੱਥੋਂ ਦੇ ਲੋਕਾਂ ਨੂੰ ਹਜੇ ਤਾਂ ਮਜ਼ਾ ਆ ਰਿਹਾ। ਉਹਦਾ ਰੀਜ਼ਨ ਹੈ ਕਿ ਮੈਜੋਰਿਟੀ ਜਿਹੜੀ ਪਾਪੂਲੇਸ਼ਨ ਹੈ 80% ਜਿਹੜੀ ਪਾਪੂਲੇਸ਼ਨ ਹੈ ਉਹ ਇਸ ਕਿਸਮ ਦੀ ਚੀਜ਼ਾਂ ਨੂੰ ਸੈਲੀਬ੍ਰੇਟ ਕਰ ਰਹੀ ਹੈ। ਹਾਲਾਂਕਿ ਇਹ ਖਾਸਾ ਲੋਕਤੰਤਰ ਤੇ ਵੀ ਉਲਟ ਹੈ ਤੇ ਮੁਲਕ ਦੇ ਇੱਕ ਫਿਊਚਰ ਦੇ ਹਿਸਾਬ ਨਾਲ ਵੀ ਇਹ ਖਾਸਾ ਉਲਟ ਹੈ। ਮੁਲਕ ਦਾ ਫਿਊਚਰ ਵੀ ਕਿਤੇ ਨਾ ਕਿਤੇ ਧੁੰਦਲਾ ਨਜ਼ਰ ਆਉਂਦਾ ਇਸ ਸਾਰੇ ਮਾਮਲੇ ਤੋਂ। ਤੀਜੀ ਖਬਰ ਦੀ ਗੱਲ ਕਰ ਲੈਂਦੇ ਹਾਂ ਆਪਾਂ। ਜਿਹੜੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸੀਗੇ GN ਸਾਹਿਬਾਂ, 10 ਸਾਲ ਤੱਕ ਉਹ ਜੇਲ੍ਹ 'ਚ ਸੀਗੇ। ਆਪਾਂ ਨੂੰ ਪਤਾ ਹੈ ਕਿ ਮਾਓਵਾਦੀ ਵਾਲਾ ਉਹਨਾਂ ਦੇ ਕੇਸ ਪਾ ਰੱਖਿਆ ਸੀਗਾ। ਮੁੰਬਈ ਜਿਹੜੀ ਮਹਾਰਾਸ਼ਟਰ ਹਾਈ ਕੋਰਟ ਹੈਗੀ ਆ ਉੱਥੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, ਐਕਵਿਟਲ ਮਿਲਿਆ ਕਿ ਉਹਨਾਂ ਜਿਹੜੀ ਪੁਲਿਸ ਹੈ ਉਹ ਪ੍ਰੂਵ ਹੀ ਨਹੀਂ ਕਰ ਪਾਈ ਕਿ ਉਹਨਾਂ ਦੇ ਕੋਈ ਲਿੰਕ ਸੀਗੇ। ਪਰ ਮਹਾਰਾਸ਼ਟਰ ਸਰਕਾਰ ਨੇ ਦੁਬਾਰੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਕਿ ਉਹਨਾਂ ਨੂੰ ਛੱਡਿਆ ਨਾ ਜਾਵੇ। ਛੱਡ ਦਿੱਤਾ ਗਿਆ ਸੀਗਾ ਉਹਨਾਂ ਨੂੰ ਤੇ ਉਹਨਾਂ ਦੀ ਰਿਹਾਈ ਦੇ ਉਲਟ ਪਟੀਸ਼ਨ ਪਾਈ ਸੀ ਜਿਸ ਨੂੰ ਹਾਈ ਕੋਰਟ ਨੇ ਖਾਰਿਜ ਕਰਤਾ। ਪਰ ਇਹ ਜਿਹੜਾ ਹਾਈ ਕੋਰਟ ਨੇ ਅਕਤੂਬਰ 2023 'ਚ ਵੀ ਫੈਸਲਾ ਦਿੱਤਾ ਸੀਗਾ ਉਹਨਾਂ ਨੂੰ ਰਿਹਾ ਕਰਨ ਦਾ, ਪਰ ਉਹ ਮਾਮਲਾ ਦੁਬਾਰੇ ਬੇਲਾ ਤ੍ਰਿਵੇਦੀ ਦੀ ਬੈਂਚ 'ਚ ਲੱਗਿਆ ਸੀਗਾ ਸੁਪਰੀਮ ਕੋਰਟ 'ਚ। ਜਿਹੜਾ ਕਿ ਆਪਾਂ ਨੂੰ ਯਾਦ ਹੋ ਕਿ ਬੇਲਾ ਤ੍ਰਿਵੇਦੀ ਨੇ ਇਹ ਕਹਿਤਾ ਸੀਗਾ ਕਿ GN ਸਾਹਿਬਾਂ ਨੂੰ ਰਿਹਾ ਨਾ ਕੀਤਾ ਜਾਵੇ ਤੇ ਹਾਈ ਕੋਰਟ ਮੁੜ ਵਿਚਾਰ ਕਰੇ ਆਪਣੇ ਫੈਸਲੇ ਤੇ ਦੁਬਾਰੇ ਹਾਈ ਕੋਰਟ ਨੇ ਮੁੜ ਵਿਚਾਰ ਕਰਕੇ ਕਿਹਾ ਕਿ ਛੱਡਿਆ ਜਾਵੇ ਇਹਨਾਂ ਨੂੰ। ਤੇ ਹੁਣ ਉਹ ਮਾਮਲਾ ਬੇਲਾ ਤ੍ਰਿਵੇਦੀ ਹੋਰਾਂ ਕੋਲ ਨਹੀਂ ਆਇਆ, ਨਹੀਂ ਤਾਂ ਬੇਲਾ ਤ੍ਰਿਵੇਦੀ ਫਿਰ ਕਹਿ ਦਿੰਦੀ ਕਿ ਇਹਨੂੰ ਜੇਲ੍ਹ 'ਚ ਹੀ ਰੱਖਿਆ ਜਾਵੇ।
ਹਾਲਾਂਕਿ ਉਹਨਾਂ ਦੀ ਰਿਹਾਈ ਹੋ ਗਈ ਹੈ ਤੇ ਉਹਨਾਂ ਦਾ ਜਿਹੜੀ ਸਟੇਟਮੈਂਟ ਹੈਗੀ ਆ ਉਹ ਖਾਸੀ ਨਿਰਾਸ਼ ਕਰਨ ਵਾਲੀ ਹੈਗੀ। ਕਿਵੇਂ ਤੁਸੀਂ ਇੱਕ ਆਮ ਸਧਾਰਨ ਬੰਦੇ ਨੂੰ 10 ਸਾਲ ਤੱਕ ਜੇਲ੍ਹ 'ਚ ਬੰਦ ਰੱਖ ਸਕਦੇ ਹੋ। ਜਿਹੜੀ ਇਹ ਪ੍ਰੋਸੈਸ ਹੈ ਜਸਟਿਸ ਦੀ, ਇਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਇੱਕ ਇਹ ਲਾ ਲਈਏ ਕਿ ਦੰਡ ਬਣ ਗਿਆ ਹੈਗਾ, ਇੱਕ ਪਨਿਸ਼ਮੈਂਟ ਬਣ ਗਈ ਹੈ। ਮਤਲਬ ਜਿਹੜੀ ਪ੍ਰੋਸੈਸ ਹੈ ਜਸਟਿਸ ਦੀ, ਉਹ ਹੀ ਉਹਨਾਂ ਵਾਸਤੇ ਪਨਿਸ਼ਮੈਂਟ ਬਣ ਕੇ ਨਿਤਰੀ ਹੈ। ਉਹਦਾ ਰੀਜ਼ਨ ਇਹ ਹੈ ਕਿ 10 ਸਾਲ ਤੱਕ ਉਹ ਲਗਾਤਾਰ ਜੇਲ੍ਹ 'ਚ ਰਹੇ ਨੇ। 10 ਸਾਲ ਵੱਡਾ ਟਾਈਮ ਪੀਰੀਅਡ ਹੁੰਦਾ ਹੈ। ਬਹੁਤ ਸੰਗੀਨ ਮਾਮਲਿਆਂ 'ਚ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਹਾਲਾਂਕਿ ਉਹਨਾਂ ਨੂੰ ਤਾਂ ਬਰੀ ਕਰ ਦਿੱਤਾ ਗਿਆ, ਉਹਨਾਂ 'ਤੇ ਕੋਈ ਆਰੋਪ ਸਿੱਧ ਨਹੀਂ ਹੋਇਆ, ਫਿਰ ਵੀ ਉਹਨਾਂ ਨੂੰ 10 ਸਾਲ ਦੀ ਤਾਂ ਜੇਲ੍ਹ ਕੱਟਣੀ ਪੈ ਗਈ ਖਾਮ ਖਾਈ। ਉਹਦੀ ਕੌਣ ਭਰਪਾਈ ਕਰੂਗਾ? ਇਸ ਕਰਕੇ ਉਹਨਾਂ ਦੇ ਜਿਹੜੇ ਬਿਆਨ ਸੀਗੇ ਉਹ ਉਹਨਾਂ ਦੇ ਅੱਖਾਂ 'ਚ ਹੰਝੂ ਵੀ ਆ ਗਏ ਸੀਗੇ ਜਦੋਂ ਕਹਿ ਰਹੇ ਸੀਗੇ। ਇਸੇ ਕਿਸਮ ਦੇ ਮਾਮਲੇ ਆਪਾਂ ਨੂੰ ਪਤਾ ਕਿ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੇ ਵੀ ਹੈਗੇ, ਮੁਸਲਮਾਨ ਪੋਲੀਟੀਕਲ ਪ੍ਰਿਜ਼ਨਰਸ ਦੇ ਵੀ ਹੈਗੇ, ਜਿਹੜੇ ਕਿ ਕਈ ਸਾਲਾਂ ਤੋਂ, ਮਤਲਬ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੂੰ ਤਾਂ 25 ਸਾਲ ਹੋ ਗਏ, ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਫਿਰ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਇਹ ਮੁਸਲਮਾਨ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਆ 4-4, 5-5 ਸਾਲ, 10-10 ਸਾਲ ਤੋਂ ਉਹਨਾਂ ਦੇ ਟਰਾਇਲ ਚੱਲ ਰਹੇ ਨੇ, ਉਹਨਾਂ ਨੂੰ ਕੋਈ ਜ਼ਮਾਨਤ ਨਹੀਂ ਦਿੱਤੀ ਗਈ ਹੈ ਨਾ। ਅਤੇ ਬਹੁਤ ਸਾਰੇ ਜਿਹੜੇ ਮੁਸਲਮਾਨ ਪੋਲੀਟੀਕਲ ਪ੍ਰਿਜ਼ਨਰ ਹੈਗੇ 14-14, 15-15 ਸਾਲ ਤੋਂ ਬਾਅਦ ਉਹ ਬਰੀ ਵੀ ਹੋਏ ਨੇ ਆਪਣੇ ਕੇਸਾਂ 'ਚੋਂ। ਅਤੇ ਉਹ ਇੱਕ ਹਿਸਾਬ ਨਾਲ 14-15 ਸਾਲ ਜਿਹੜਾ ਬੰਦਾ ਜੇਲ੍ਹ 'ਚ ਰਹਿ ਲੈਂਦਾ, ਬਾਅਦ 'ਚ ਉਹਨੂੰ ਬਰੀ ਕੀਤਾ ਜਾਂਦਾ ਕਿ ਉਹਦੇ 'ਤੇ ਕੋਈ ਆਰੋਪ ਸਿੱਧ ਨਹੀਂ ਹੋਇਆ, ਅਤੇ ਉਹ ਜਿਹੜੀ ਪ੍ਰੋਸੈਸ ਹੈਗੀ ਆ ਜਸਟਿਸ ਸਰਵ ਕਰਨ ਦੀ, ਉਹਦੇ ਵਾਸਤੇ ਪਨਿਸ਼ਮੈਂਟ ਬਣ ਜਾਂਦੀ ਹੈ। ਹੁਣ ਆਪਾਂ ਚੌਥੀ ਖਬਰ ਦੀ ਗੱਲ ਕਰ ਲੈਂਦੇ ਹਾਂ। ਉਹ ਹੈਗੇ ਆ ਚੋਣਾਂ ਦੇ ਰਿਲੇਟਿਡ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਸਥਾਨ 'ਚ ਅਤੇ ਹਰਿਆਣਾ 'ਚ ਖਾਸੀ ਭੱਜ-ਦੌੜ ਮੱਚੀ ਹੋਈ ਹੈ, ਅਤੇ ਉਹ ਸਾਰੇ ਜਿਹੜੇ ਬੀਜੇਪੀ 'ਚ ਜਾਟ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਰਾਜਸਥਾਨ ਦਾ ਸ਼ੇਖਾਵਟੀ ਵਾਲਾ ਇਲਾਕਾ ਹੈਗਾ, ਝੁੰਝੁਨੂ, ਸਿੱਕਰ, ਚੂਰੂ, ਇਸ ਇਲਾਕੇ 'ਚ ਕਿਤੇ ਨਾ ਕਿਤੇ ਵਿਧਾਨ ਸਭਾ ਚੋਣਾਂ 'ਚ ਵੀ ਆਪਾਂ ਨੂੰ ਕਾਂਗਰਸ ਦੀ बढ़त ਦੇਖਣ ਨੂੰ ਮਿਲੀ ਸੀਗੀ। ਅਤੇ ਉਹਦਾ ਰੀਜ਼ਨ ਇੱਕ ਹੈ ਕਿ ਉੱਥੇ ਕਿਸਾਨ ਅੰਦੋਲਨ ਸੀਗਾ ਅਤੇ ਬੀਜੇਪੀ ਦੇ ਉਲਟ ਠੀਕ ਠਾਕ ਮਾਹੌਲ ਸੀਗਾ। ਅਤੇ ਉਸੇ ਨੂੰ ਮੱਦੇਨਜ਼ਰ ਰੱਖਦੇ ਉੱਥੋਂ ਚੂਰੂ ਦੀ ਲੋਕ ਸਭਾ ਸੀਟ ਪੈਂਦੀ ਹੈ, ਅਤੇ ਉੱਥੋਂ ਦੇ 2 ਵਾਰ ਦੇ ਭਾਜਪਾ ਦੇ ਸਾਂਸਦ ਰਾਹੁਲ ਕਾਸਵਾ, ਉਹਨੇ ਅੱਜ ਭਾਜਪਾ ਛੱਡਤੀ ਅਤੇ ਕਾਂਗਰਸ ਜੁਆਇਨ ਕਰ ਲਈ ਹੈ। ਇੱਕ ਤਾਂ ਉਹਨਾਂ ਦਾ ਟਿਕਟ ਕੱਟ ਗਿਆ ਸੀਗਾ, ਇਹ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਟਿਕਟ ਨਹੀਂ ਮਿਲਿਆ, ਅਤੇ ਇਸ ਕਰਕੇ ਸ਼ਾਇਦ ਟਿਕਟ ਲੈਣ ਵਾਸਤੇ ਉਹ ਕਾਂਗਰਸ 'ਚ ਆ ਗਏ। ਦੂਜਾ ਇਹ ਕਿ ਜਿਹੜੇ ਉਹਨਾਂ ਦੇ ਵੋਟਰ ਸੀਗੇ ਉਹ ਵੀ ਕਿਤੇ ਨਾ ਕਿਤੇ ਭਾਜਪਾ ਤੋਂ ਨਾਰਾਜ਼ ਸੀਗੇ, ਅਤੇ ਇੱਕ ਵੱਡਾ ਚਿਹਰਾ ਮੰਨਿਆ ਜਾ ਰਿਹਾ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ੇਖਾਵਟੀ 'ਚ ਹੁਣ ਕਿਤੇ ਨਾ ਕਿਤੇ ਬੀਜੇਪੀ ਦੇ ਪੈਰ ਨਹੀਂ ਲੱਗਣਗੇ। ਉੱਥੇ 3 ਸੀਟਾਂ ਪੈਂਦੀਆਂ ਨੇ, ਅਤੇ 3 ਸੀਟਾਂ 'ਤੇ ਕਾਂਗਰਸ ਕਿਤੇ ਨਾ ਕਿਤੇ ਹਾਰੂਗੀ। ਇਸ ਤੋਂ 2 ਦਿਨ ਪਹਿਲਾਂ ਹੀ ਆਪਾਂ ਨੂੰ ਪਤਾ ਕਿ ਹਰਿਆਣੇ 'ਚ ਜਿਹੜੇ ਚੌਧਰੀ ਵੀਰੇਂਦਰ ਸਿੰਘ ਦੇ ਮੁੰਡੇ ਸੀਗੇ, ਬ੍ਰਿਜੇਂਦਰ ਸਿੰਘ, ਜਿਹੜੇ ਕਿ ਭਾਜਪਾ ਦੇ MP ਹੈਗੇ ਆ ਹੁਣ ਹਿਸਾਰ ਤੋਂ, ਉਹਨਾਂ ਨੇ ਵੀ ਬੀਜੇਪੀ ਛੱਡਤੀ ਸੀਗੀ ਅਤੇ ਉਹ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਅਤੇ ਦੇਖਦੇ ਹਾਂ ਕਿ ਉਹਨਾਂ ਨੂੰ ਹਿਸਾਰ ਤੋਂ ਦੁਬਾਰੇ ਟਿਕਟ ਮਿਲੂਗੀ ਅਤੇ ਕੀ ਉਹ ਕਾਂਗਰਸ ਦੀ ਸੀਟ ਤੋਂ ਜੇ ਲੜਨਗੇ ਤਾਂ ਜਿੱਤਣਗੇ। ਹਾਲਾਂਕਿ ਇੱਕ ਵੱਡਾ ਝਟਕਾ ਸੀਗਾ ਕਿਉਂਕਿ ਸੈਂਟਰਲ ਹਰਿਆਣਾ ਜਿਹੜਾ ਪੈ ਗਿਆ, ਆਪਣਾ ਜੀਂਦ ਵਾਲਾ ਜਿਹੜਾ ਇਲਾਕਾ ਪੈ ਗਿਆ, ਉੱਥੇ ਵੀਰੇਂਦਰ ਸਿੰਘ ਹੋਣਾ ਦੀ, ਖਾਸ ਕਰ ਚਾਣੇ ਦੇ ਨੇੜੇ ਤੇੜੇ ਠੀਕ ਠਾਕ ਉਹਨਾਂ ਦਾ ਕੰਮ ਹੈਗਾ, ਪੁਰਾਣੀ ਲੈਗੇਸੀ ਹੈ, ਛੋਟੂ ਰਾਮ ਦਿਓਤੇ ਨੇ, ਅਤੇ ਇਸ ਕਰਕੇ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਠੀਕ ਠਾਕ ਹੈ ਲੋਕਾਂ 'ਚ। ਹਾਲਾਂਕਿ ਉਹਨਾਂ ਨੇ ਕੰਮ ਕੋਈ ਬਾਲੇ ਨਹੀਂ ਕੀਤੇ, ਪਰ ਫਿਰ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਠੀਕ ਹੈ। ਕਿਹਾ ਜਾਂਦਾ ਕਿ ਠੀਕ ਹੈ ਕਿ ਬੰਦਾ ਥੋੜਾ ਕੋੜਾ ਬੋਲਦਾ ਹੈ ਪਰ ਸੱਚਾ ਹੈਗਾ। ਇਸ ਕਰਕੇ ਦੇਖਣਾ ਪਊਗਾ ਕਿ ਕਿੰਨਾ ਫਰਕ ਲੋਕ ਸਭਾ ਚੋਣਾਂ 'ਚ ਪਊਗਾ ਬੀਜੇਪੀ ਨੂੰ। ਅਤੇ ਜਿਹੜੀ ਜਾਟ ਬੈਲਟ ਹੈਗੀ ਆ, ਉੱਥੇ ਤਾਂ ਆਪਾਂ ਨੂੰ ਲੱਗ ਰਿਹਾ ਕਿ ਜਿਹੜੀ ਲੀਡਰਸ਼ਿਪ ਹੈ, ਜਾਟਾਂ ਦੀ ਲੀਡਰਸ਼ਿਪ ਜਿਹਦੇ 'ਚ ਜਿਹੜੀ ਖਲਬਲੀ ਹੈ ਆਪਾਂ ਨੂੰ ਦਿਖ ਰਹੀ ਹੈ ਕਿ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਆ ਰਿਹਾ ਕਿ ਜਾਟ ਵੋਟ ਨਹੀਂ ਦੇ ਰਹੇ ਬੀਜੇਪੀ ਨੂੰ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਅਗਲੀ ਖਬਰ, ਜਿਹੜੀ ਇਲੈਕਟੋਰਲ ਬੌਂਡ ਵਾਲੀ ਹੈਗੀ ਆ। ਮੈਂ ਪਹਿਲਾਂ ਵੀ ਆਪਣੇ ਬੁਲੇਟਿਨ 'ਚ ਦੱਸਿਆ ਸੀਗਾ ਆਪ ਜੀ ਹੋਰਾਂ ਨੂੰ ਕਿ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਨੂੰ ਅਨਕੌਂਸਟੀਟਿਊਸ਼ਨਲ ਕਰਾਰ ਦਿੱਤਾ ਸੀਗਾ, ਅਤੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਡੋਨਰਸ ਹੈਗੇ ਆ ਪੋਲੀਟੀਕਲ ਪਾਰਟੀਆਂ ਨੂੰ, ਜਿਹੜਾ ਚੰਦਾ ਦੇਣ ਵਾਲੇ ਵੱਡੇ ਚੰਦੇ ਦੇਣ ਵਾਲੇ ਲੋਕ ਹੈਗੇ ਆ, ਉਹਨਾਂ ਦੇ ਨਾਵਾਂ ਨੂੰ ਤੁਸੀਂ ਲੁਕੋ ਕੇ ਨਹੀਂ ਰੱਖ ਸਕਦੇ, ਤੁਹਾਨੂੰ ਉਹਨਾਂ ਦੇ ਐਕਸਪੋਜ਼ੇ ਕਰਨਾ ਪਊਗਾ, ਉਹਨਾਂ ਦੇ ਨਾਂ ਦੱਸਣੇ ਪੈਣਗੇ। ਅਤੇ SBI ਬੈਂਕ ਆਪਾਂ ਨੂੰ ਪਤਾ ਹੈ ਕਿ ਇਸ ਮਾਮਲੇ 'ਚ ਇਲੈਕਟੋਰਲ ਬੌਂਡ ਜਾਰੀ ਕਰਨ ਵਾਲਾ ਇੱਕ ਪਾਰਟੀ ਸੀ, ਅਤੇ SBI ਬੈਂਕ ਨੂੰ ਕਿਹਾ ਸੀ ਸੁਪਰੀਮ ਕੋਰਟ ਨੇ ਕਿ ਤੁਸੀਂ ਉਹ ਸਾਰੇ ਨਾਂ ਡਿਸਕਲੋਜ਼ ਕਰੋ ਜਿਨ੍ਹਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਚੰਦੇ ਦਿੱਤੇ ਹਨ। ਅਤੇ ਫਿਰ ਉਸ ਤੋਂ ਬਾਅਦ SBI ਨੇ ਕਿਹਾ ਸੀ ਸੁਪਰੀਮ ਕੋਰਟ 'ਚ ਜੀ ਅਸੀਂ ਹੁਣ ਤਾਂ ਨਾਂ ਨਹੀਂ ਦੇ ਸਕਦੇ ਕਿਉਂਕਿ ਲੋਕ ਸਭਾ ਚੋਣ ਹੈਗੇ ਆ, ਕਿਤੇ ਨਾ ਕਿਤੇ ਉਸ ਦਾ ਅਸਰ ਪੋਲੀਟੀਕਲ ਪਾਰਟੀਆਂ 'ਤੇ ਪਊਗਾ, ਅਸੀਂ 30 ਜੂਨ ਨੂੰ ਦੇ ਦਾਂਗੇ ਜਦੋਂ ਲੋਕ ਸਭਾ ਦੇ ਚੋਣ ਹੋ ਜਾਣਗੇ। ਅਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ 15 ਮਾਰਚ ਤੱਕ ਇਹ ਸਾਰੇ ਨਾਂ ਜਨਤਕ ਕਰੋ, ਅਤੇ ਕੱਲ੍ਹ ਸਾਨੂੰ ਦਿਓ, ਅਤੇ 15 ਮਾਰਚ ਤੱਕ ਦੀ ਤੁਹਾਡੇ ਕੋਲ ਮੋਹਲਤ ਹੈ, ਸਿਰਫ 4 ਦਿਨ ਹੈਗੇ ਆ, ਤੁਸੀਂ ਇਹ ਸਾਰੇ ਨਾਵਾਂ ਨੂੰ ਤੁਸੀਂ ਜਨਤਕ ਕਰੋ। ਭਾਵੇਂ ਇਹ ਨਾ ਦੱਸੋ ਕਿ ਕਿਹਨੇ ਕਿਹੜੀ ਪਾਰਟੀ ਨੂੰ ਚੰਦਾ ਦਿੱਤਾ, ਪਰ ਨਾ ਤਾਂ ਤੁਸੀਂ ਜਨਤਕ ਕਰੋ ਕਿ ਕਿਹਨੇ ਕਿੰਨਾ ਚੰਦਾ ਦਿੱਤਾ ਹੈਗਾ।
ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਇਲੈਕਟੋਰਲ ਬੌਂਡ ਰਾਹੀਂ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਮੋਟਾ ਫੰਡ ਆਇਆ ਸੀਗਾ ਤੇ ਉਹਦੇ ਚੋਂ 87% ਕਿਤੇ ਨਾ ਕਿਤੇ ਇਕੱਲੀ ਬੀਜੇਪੀ ਨੂੰ ਉਹ ਚੰਦਾ ਮਿਲਿਆ ਸੀਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਹ ਇਲੈਕਟੋਰਲ ਬੌਂਡ ਵਾਲਾ ਜਿਹੜਾ ਪੂਰਾ ਮਾਮਲਾ ਹੈ ਇਹਨੂੰ ਵਿਪਕਸ਼ ਕਿਵੇਂ ਲੈ ਰਿਹਾ। ਕਾਂਗਰਸ ਇਹਨੂੰ ਬਹੁਤ ਕ੍ਰਿਟੀਕਲ ਲੈ ਰਹੀ ਹੈ ਤੇ ਕਾਂਗਰਸ ਲਗਾਤਾਰ ਅਟੈਕਿੰਗ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਮੋਦੀ ਦਾ ਚੰਦੇ ਦਾ ਧੰਦਾ ਹੈਗਾ ਉਹਦਾ ਪਰਦਾਫਾਸ਼ ਹੋਣ ਵਾਲਾ ਹੈ ਤੇ ਮੋਦੀ ਜਿਹੜਾ ਕਿ ਇਹਨੇ ਪੂਰਾ ਇੱਕ ਗੇਮ ਹੀ ਸਿਰ 'ਚ ਰੱਖਿਆ ਸੀਗਾ ਕਿ ਪਹਿਲਾਂ ਤੁਸੀਂ ਆਪਣੇ ਸੈਂਟਰਲ ਏਜੰਸੀਜ਼ ਨੂੰ ਲੋਕਾਂ ਕੋਲ ਭੇਜ ਕੇ ਉਹਨਾਂ ਨੂੰ ਡਰਾਓ, ਬਾਅਦ 'ਚ ਉਹਨਾਂ ਤੋਂ ਚੰਦਾ ਲਓ ਤੇ ਪ੍ਰੋਟੈਕਸ਼ਨ ਉਹਨਾਂ ਨੂੰ ਦਿਓ। ਤੇ ਇਹ ਇਲੈਕਟੋਰਲ ਬੌਂਡ ਰਾਹੀਂ ਤੁਸੀਂ ਇੱਕ ਚੰਦੇ ਦਾ ਪੂਰਾ ਧੰਦਾ ਬਣਾ ਲਿਆ ਸੀਗਾ ਤੇ ਇਹਦੇ ਤੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਠੱਲ ਪਾਈ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਮਲਿਕਾਰਜੁਨ ਖੜਗੇ ਦਾ ਇੱਕ ਹਿਸਾਬ ਨਾਲ ਜਿਹੜਾ ਅਨੰਤ ਹੈਗੜੇ ਦਾ ਬਿਆਨ ਸੀਗਾ ਉਹਦੇ ਉਲਟ ਜਿਹੜਾ ਮਲਿਕਾਰਜੁਨ ਖੜਗੇ ਦਾ ਬਿਆਨ ਆਇਆ। ਅਨੰਤ ਹੈਗੜੇ ਬੀਜੇਪੀ ਦੇ MP ਹੈਗੇ ਆ, ਵੱਡੇ ਆਗੂ ਹੈਗੇ ਆ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸ ਤੋਂ ਜਿਹੜਾ ਸੈਕੂਲਰ ਵਰਡ ਹੈਗਾ ਉਹਨੂੰ ਕੱਢ ਦਾਂਗੇ ਤੇ ਜੇ ਅਸੀਂ ਸੈਕੂਲਰ ਵਰਡ ਕੱਢ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਇੰਡੀਆ ਹੈਗਾ ਉਹ ਹਿੰਦੂ ਰਾਸ਼ਟਰ ਬਣ ਜਾਊਗਾ। ਉਹਦੇ ਬਿਆਨ ਦੇ ਉਲਟ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਇਹ 400 ਪਾਰ ਦਾ ਨਾਰਾ ਵੀ ਇਸੇ ਕਰਕੇ ਦੇ ਰਹੇ ਨੇ ਕਿਉਂਕਿ ਅਗਲਿਆਂ ਨੂੰ 2/3 ਬਹੁਮਤ ਚਾਹੀਦੀ ਹੈਗੀ ਆ ਲੋਕ ਸਭਾ 'ਚ ਤਾਂ ਕਿ ਇਹ ਜਿਹੜਾ ਸੈਕੂਲਰ ਵਰਡ ਹੈਗਾ ਇੰਡੀਅਨ ਕੌਨਸਟੀਟਿਊਸ਼ਨ ਚੋਂ ਉਹ ਕੱਢ ਸਕਣ ਤੇ ਇਹ ਰਿਜ਼ਰਵੇਸ਼ਨ ਦੇ ਵੀ ਉਲਟ ਹੈਗਾ, ਇਹ SC ST ਦੇ ਉਲਟ ਵੀ ਹੈਗਾ। ਉਹਨਾਂ ਨੇ ਮੋਹਨ ਭਾਗਵਤ ਤੇ ਵੀ ਨਿਸ਼ਾਨਾ ਸਾਧਿਆ ਤੇ RSS ਦੇ ਨਿਸ਼ਾਨਾ ਵੀ ਸਾਧਿਆ ਤੇ ਕਿਹਾ ਕਿ ਇਹ ਸਾਰੇ ਜਿਹੜਾ ਸੈਕੂਲਰ ਫੈਬਰਿਕ ਹੈਗਾ ਜਾਂ ਫਿਰ ਜਿਹੜੀ ਲੋਅਰ ਕਾਸਟ ਹੈਗੀਆਂ SC ST ਕਾਸਟ ਹੈਗੀਆਂ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦੇ ਰੱਖਿਆ ਉਹ ਇਹ ਸਾਰਿਆਂ ਦੇ ਉਲਟ ਹੈਗਾ ਤੇ ਜੇ ਤੀਜੀ ਵਾਰ ਇੱਕ ਵੱਡੀ ਬਹੁਮਤ ਤੋਂ ਜਿੱਤ ਕੇ ਆਣਗੇ ਤਾਂ ਅਗਲੇ ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਹੈ ਸੰਵਿਧਾਨ ਹੈਗਾ ਉਹਦੇ 'ਚ ਬਦਲਾਅ ਤਾਂ ਇਹ ਕਰਨਗੇ। ਹੁਣ ਆਪਾਂ ਇੱਕ ਜਿਹੜੀ ਫੈਡਰਲ ਇਸ਼ੂਜ਼ ਵਾਲੇ ਮਾਮਲੇ ਤੋਂ ਇੱਕ ਖਬਰ ਜੁੜਦੀ ਹੈ ਉਹ ਹੈ ਲੱਦਾਖ ਵਾਲੀ ਖਬਰ। ਲੱਦਾਖ 'ਚ ਆਪਾਂ ਨੂੰ ਪਤਾ ਕਿ ਲੱਦਾਖੀ ਲੋਕ ਲਗਾਤਾਰ ਉੱਥੇ ਅੰਦੋਲਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜਾ ਸਾਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਉਹਦੇ ਤੋਂ ਸਾਡਾ ਖਹਿੜਾ ਛੱਡੋ ਤੇ ਸਾਨੂੰ ਇੱਕ ਕੰਪਲੀਟ ਸਟੇਟ ਬਣਾਓ, ਇੱਕ ਪੂਰਨ ਰਾਜ ਦਾ ਅਧਿਕਾਰ ਦਿਓ ਤੇ ਸਾਨੂੰ ਜਿਹੜਾ 6th ਸ਼ੈਡਿਊਲ ਹੈ ਇੰਡੀਅਨ ਕੌਨਸਟੀਟਿਊਸ਼ਨ ਦਾ ਉਹਦੇ 'ਚ ਵੀ ਸ਼ਾਮਿਲ ਕਰੋ ਕਿਉਂਕਿ ਅਸੀਂ ਤਾਂ ਆਦੀਵਾਸੀ ਲੋਕ ਹੈਗੇ ਤੇ ਸਾਨੂੰ ਆਪਣੇ ਕਲਾਈਮੇਟ ਦਾ ਵੀ ਖਤਰਾ ਹੈ। ਇੱਥੇ ਬਾਹਰੀ ਲੋਕ ਆ ਕੇ ਵਸ ਰਹੇ ਨੇ ਤੇ ਇੱਥੋਂ ਗਲੇਸ਼ੀਅਰ ਵੀ ਪਿਘਲ ਰਹੇ ਨੇ ਤੇ ਕਲਾਈਮੇਟ ਚੇਂਜ ਕਿਤੇ ਨਾ ਕਿਤੇ ਇੱਥੇ ਹੋ ਰਿਹਾ ਤੇ ਇਹਦੇ ਕਰਕੇ ਇਹ ਪੂਰੀ ਜਿਹੜੀ ਵੈਲੀ ਹੈ ਲੱਦਾਖ ਵਾਲੀ ਉਹਨੂੰ ਖਤਰਾ ਹੈ। ਉਸ ਵਾਸਤੇ ਉੱਥੋਂ ਦੇ ਜਿਹੜੇ ਸੋਸ਼ਲ ਵਰਕਰ ਸੋਨਮ ਵਾਂਗਚੁਕ ਹੈਗੇ ਆ ਉਹ ਭੁੱਖ ਹੜਤਾਲ 'ਤੇ ਵੀ ਬੈਠੇ ਨੇ ਤੇ ਉੱਥੋਂ ਦੇ ਲੋਕ ਵੀ ਵੱਡੇ ਧਰਨੇ ਮੁਜ਼ਾਹਰੇ ਕਰ ਰਹੇ ਨੇ। ਇੱਕ ਵੱਡਾ ਇਕੱਠ ਰੱਖਣ ਦਾ ਵੀ ਉਹਨਾਂ ਨੇ ਐਲਾਨ ਕੀਤਾ ਹੈ ਤੇ ਇਹ ਜਿਹੜੇ ਲੱਦਾਖੀ ਲੋਕ ਹੈਗੇ ਆ ਤਾਂ ਉਸ ਵੇਲੇ ਵੀ 2019 'ਚ ਵੀ ਪ੍ਰੋਟੈਸਟ ਕਰਨ ਬਾਹਰ ਨਿਕਲੇ ਸੀਗੇ ਪਰ ਉਸ ਟਾਈਮ ਕ੍ਰੈਕਡਾਊਨ ਇੰਨਾ ਜ਼ਿਆਦਾ ਸੀਗਾ ਜਦੋਂ ਆਰਟੀਕਲ 370 ਹਟਾਇਆ ਗਿਆ ਕਿ ਉਹ ਜਿੰਨੇ ਵੀ ਪ੍ਰੋਟੈਸਟ ਸੀਗੇ ਉਹ ਸਾਰਿਆਂ ਨੂੰ ਦਬਾ ਦਿੱਤਾ ਗਿਆ। ਪਰ ਹੁਣ ਦੁਬਾਰੇ ਜਦੋਂ ਮਾਹੌਲ ਉੱਥੇ ਨੋਰਮਲ ਹੋ ਰਿਹਾ ਤੇ ਲਗਾਤਾਰ ਲੋਕ ਦੁਬਾਰੇ ਬਾਹਰ ਨਿਕਲ ਰਹੇ ਨੇ। ਇਹ ਕਿਤੇ ਨਾ ਕਿਤੇ ਇਸ ਦੀਆਂ ਮੋਟੀਆਂ ਖਬਰਾਂ ਸੀਗੀਆਂ ਜਿਨ੍ਹਾਂ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਸੀਗੀ ਤੇ ਇਹ ਖਬਰਾਂ ਤੇ ਆਪਾਂ ਨੇ ਖੁੱਲ੍ਹ ਕੇ ਗੱਲ ਵੀ ਕੀਤੀ ਤੇ ਮੈਂ ਜਿਹੜਾ ਮੇਰਾ ਐਨਾਲਿਸਿਸ ਹੈਗਾ, ਮੇਰਾ ਵਿਸ਼ਲੇਸ਼ਣ ਹੈਗਾ ਉਹ ਵੀ ਆਪ ਜੀ ਸਾਹਮਣੇ ਰੱਖਿਆ ਤੇ ਇਹ ਸ਼ੋਅ ਸੁਣਨ ਦੇਖਣ ਵਾਸਤੇ